ਸਾਡੇ ਮੁਲਕ 'ਚ ਅਕਸਰ ਭਾਈ ਆਪਣੇ ਆਪ ਨੂੰ ਬੜਾ ਮਹਾਤਮਾ ਸਮਝਦੇ ਨੇ ਔਰ ਇਹਨਾਂ ਦੀਆਂ ਨਿਸ਼ਾਨੀਆਂ ਉਸੇ ਤਰ੍ਹਾਂ ਨਜ਼ਰ ਆਉਂਦੀਆਂ ਨੇ ਜਿਸ ਤਰ੍ਹਾਂ ਲੱਕੀ ਸਰਕਸ ਰਾਨੀ ਹੈ ਦੀ ਸਭ ਤੋਂ ਵੱਡੀ ਨਿਸ਼ਾਨੀ। ਚਲੋ ਅੱਜ ਕੁਛ ਨਿਸ਼ਾਨੀਆਂ ਮੈਂ ਵੀ ਤੁਹਾਨੂੰ ਦੱਸਣੀ ਆ। ਇਹਨਾਂ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਇਹਨਾਂ ਦੀ ਫੁੱਸ ਫਿਊਜ਼ ਫੁੱਕ ਮਰਦਾਨਗੀ। ਇਹਨਾਂ ਦੀ ਦੂਜੀ ਨਿਸ਼ਾਨੀ ਹੈ ਇਹਨਾਂ ਦੇ ਅੰਦਰ ਮਰਦਾਂ ਦੀ ਬਗੈਰਤੀ ਨੂੰ ਢੱਕਣ ਵਾਲਾ ਮੌਲਵੀ। ਇਹਨਾਂ ਦੀ ਤੀਜੀ ਨਿਸ਼ਾਨੀ ਹੈ ਇਹਨਾਂ ਦੇ ਲੰਬੇ ਲੰਬੇ ਰੋਂਦੇ ਮਜ਼ਾਕ ਉਡਾਉਂਦੇ ਖਿਤਾਬ। ਐਕਚੁਅਲੀ ਇਹਨਾਂ ਦੇ ਦਿਮਾਗਾਂ ਵਿੱਚ ਨਾ ਜਿਹੜਾ ਦਿਮਾਗੀ ਗੰਦ ਦਾ ਛੱਪੜ ਹੁੰਦਾ ਹੈ ਨਾ ਉਹ 'ਚ ਇੰਨੀ ਗੈਸ ਬਣਦੀ ਹੈ ਕਿ ਉਹ ਗੈਸ ਜਦੋਂ ਇਹਨਾਂ ਦੇ ਸਿਰ ਨੂੰ ਚੜ੍ਹਦੀ ਹੈ ਅਤੇ ਇਹਨਾਂ ਦੇ ਮੂੰਹ 'ਚੋਂ ਗੈਸ ਦੇ ਗੋਲੇ ਅਤੇ ਉਹ ਮੂੰਹ ਦਾ ਜਲਾਬ ਬਣ ਕੇ ਨਾ ਬਾਹਰ ਨਿਕਲਣ ਲੱਗ ਜਾਂਦੀ ਹੈ। ਅਤੇ ਬਜਾਏ ਹੈ ਕਿ ਉਹ ਆਪਣੀ ਇਸ ਦਿਮਾਗੀ ਮਰਦਾਨਾ ਕਮਜ਼ੋਰੀ ਦਾ ਕੋਈ ਇਲਾਜ ਕਰਾਉਣ, ਉਹ ਇਲਾਜ ਕਰਾਉਣ ਦੀ ਬਜਾਏ ਨਾ ਇਹਨਾਂ ਜਲਾਬਾਂ ਦਾ ਗੋਲਾਂ ਦਾ ਰੁੱਖ ਜ਼ਨਾਨੀਆਂ ਵਾਂਗਰ ਤਰਫ ਕਰ ਦਿੰਦੇ ਨੇ। ਕਿਉਂ ਕਰ ਦਿੰਦੇ ਨੇ? ਇਸ ਲਈ ਕਰ ਦਿੰਦੇ ਨੇ ਕਿ ਸਾਡਾ ਮਾਸ਼ਰਾ ਜ਼ਨਾਨੀ ਨੂੰ ਕਹਿਣ ਕੁਝ ਵੀ ਕਹਿ ਦਿਓ, ਉਹ ਮੋਈ ਹੋਈ ਨੂੰ ਵੀ ਕੁਝ ਕਹਿ ਦਿਓ, ਉਹਦੇ ਨਾਲ ਜ਼ਨਾ ਹੋ ਜਾਏ ਕੁਝ ਕਹਿ ਦਿਓ, ਅਸੀਂ ਕਹਿੰਦੇ ਇਹਦਾ ਹੀ ਕਸੂਰ ਹੈ। ਅਤੇ ਇਸ ਲਈ ਉਹਨਾਂ ਨੂੰ ਵੀ ਬਹੁਤ ਆਸਾਨ ਲੱਗਦਾ। ਫਿਰ ਸਾਰੇ ਰਲ ਮਿਲ ਕੇ ਨਾ ਸਾਰੀਆਂ ਆਫਤਾਂ, ਜ਼ਲਜ਼ਲੇ, ਕਿਆਮਤਾਂ, ਸੈਲਾਬ, ਨਸਲਾਂ ਦੀ ਤਬਾਹੀ, ਕੌਮ ਦੀ ਤਬਾਹੀ, ਸਾਰਾ ਕੁਝ ਜ਼ਨਾਨੀ ਦੇ ਖਾਤੇ 'ਚ ਪਾ ਦਿੰਦੇ ਨੇ। ਇਹਨਾਂ ਦੀਆਂ ਅੱਖਾਂ 'ਚ ਨਾ CT ਸਕੈਨ ਮਸ਼ੀਨ ਲੱਗੀ ਹੁੰਦੀ ਹੈ। ਇਹਨਾਂ ਤੋਂ ਅੱਗੋਂ ਜ਼ਨਾਨੀ ਲੱਭੇ ਨਾ ਗੁਜ਼ਰੇ ਨਾ ਅਤੇ ਇਹਨਾਂ ਨੂੰ ਉਹਦੀ ਪਿੰਡਲੀ ਦੀ ਹੱਡੀ ਦਾ ਗੂਦਾ ਤੱਕਰ ਨਜ਼ਰ ਆ ਜਾਂਦਾ ਹੈ। ਇਹਨੂੰ ਉਹਨਾਂ ਦੇ ਦਿਮਾਗਾਂ ਦੀ ਸੋਚ ਨਜ਼ਰ ਆ ਜਾਂਦੀ ਹੈ ਔਰ ਉਸ ਤੋਂ ਇਹਨਾਂ ਦਾ ਕਰੈਕਟਰ ਜਾਣ ਲੈਂਦੇ ਨੇ। ਫਿਰ ਉਹਨਾਂ ਦੇ ਕੱਪੜਿਆਂ ਦਾ ਡਿਜ਼ਾਈਨ ਨਜ਼ਰ ਆ ਜਾਂਦਾ ਅਤੇ ਉਹਨਾਂ ਨੂੰ ਪਤਾ ਚੱਲ ਜਾਂਦਾ ਹੈ। ਔਰ ਜਨਾਬ ਇਸ ਤਰ੍ਹਾਂ ਇੱਕ ਫਤਵਾ ਦੇ ਦਿੰਦੇ ਨੇ, ਇਹ ਨਿਕਲੀ ਇਸ ਲਈ ਸੀ ਕਿ ਗਲਤ ਔਰਤ ਹੈ। ਮਗਰ ਕੋਈ ਇਹ ਨਹੀਂ ਪੁੱਛਦਾ ਕਿ ਭੈਣ ਇਹ ਜਿਹੜੀ ਤੁਸੀਂ CT ਸਕੈਨ ਦੀ ਮਸ਼ੀਨ ਲਵਾਈ ਸੀ ਇਹ ਕਿਸ ਕੋਲੋਂ ਪੁੱਛ ਕੇ ਲਵਾਈ ਸੀ। ਫਿਰ ਜ਼ਨਾਨੀ ਦੇ ਸਿਰੋਂ ਜਨਾਬ ਦਾ ਸਿਰ ਦਾ ਵਾਲ ਲੱਥ ਨਜ਼ਰ ਆ ਜਾਏ ਗੁਨਾਹ। ਜ਼ਨਾਨੀ ਘਰੋਂ ਬਾਹਰ ਨਿਕਲੀ ਗੁਨਾਹ ਕਬੀਰਾ, ਭਾਵੇਂ ਉਹਦੇ ਘਰ ਉਹਦੇ 5 ਧੀਆਂ ਜਿਹੜੀਆਂ ਬੱਚੇ ਜਿਹੜੇ ਹੋ ਉਹ ਭੁੱਖ ਨਾਲ ਬਿਲਕ ਰਹੇ ਹੋਣ ਕਿਉਂਕਿ ਉਹਦਾ ਖਸਮ ਜਿਹੜਾ ਹੈ ਉਹ 5ਵੀਂ ਧੀ ਪੈਦਾ ਹੋਣ 'ਤੇ ਘਰੋਂ ਤਲਾਕ ਦੇ ਕੇ ਚਲਾ ਗਿਆ ਸੀ। ਅਤੇ ਕੋਈ ਉਸ ਬੰਦੇ ਨੂੰ ਉਹਦੇ ਖਸਮ ਨੂੰ ਸਵਾਲ ਨਹੀਂ ਪਾਉਂਦਾ ਕਿ ਭਾਈਆ ਇਹ ਔਰਤ ਦੀ ਇੱਜ਼ਤ ਸਿਰਫ ਤੂੰ अपनी माँ ਦੀ करनी होती है। ये औरत के कदमों तले जो जन्नत होती है वो सिर्फ तेरी माँ थले है, ये तेरी ਧੀਆਂ ਦੀ माँ ਦੇ ਪੈਰਾਂ ਥੱਲੇ ਵੀ ਤਾਂ ਜੰਨਤ ਹੀ ਸੀ। ਜਾਂ ਨਾ ਕੋਈ ਉਹਨਾਂ ਨੂੰ ਇਹ ਦੱਸਦਾ ਹੈ ਕਿ ਧੀਆਂ ਤੇ ਜੰਨਤ ਦਾ ਟਿਕਟ ਸਨ ਅਤੇ ਹੁਣ ਟਿਕਟ ਲੈਂਦਾ ਕਿਉਂ ਨਹੀਂ ਤੂੰ? ਇਹ ਜ਼ਿੰਮੇਦਾਰੀ ਪੂਰੀ ਕਿਉਂ ਨਹੀਂ ਕਰਦਾ ਤੂੰ? ਉਹ ਨਹੀਂ ਉਹ ਤੂੰ MTG ਵਾਲੀ ਦੁਕਾਨ ਤੋਂ ਹੀ ਲੈਣੀਆਂ ਨੇ। ਵੈਰੀ ਗੁੱਡ ਜੀ। ਫਿਰ ਇਹੋ ਜਿਹੇ ਨਾ ਲਿਖਾਰੀ ਜਿਹੜੇ ਆਪਣੇ ਆਪ ਨੂੰ ਸਮਝਦੇ ਨੇ ਉਹ ਵੱਡੇ ਵੱਡੇ ਡਾਇਲੋਗ ਸੁੱਟਦੇ ਨੇ ਔਰਤ ਨੂੰ ਜ਼ਲੀਲ ਕਰਨ ਲਈ। ਉਹ ਹਰ 4 ਦਿਨ ਬਾਅਦ ਨਾ ਇੱਕੋ ਜੁਮਲਾ ਉਹਨਾਂ ਫੜਿਆ ਹੁੰਦਾ ਉਹ ਫੇਰ ਪਾ ਦਿੰਦੇ ਨੇ। ਹੁਣ ਉਹਨਾਂ ਨੇ ਫਿਰ ਉਹੋ ਜਿਹੇ ਰਜ਼ੀਲਾਂ ਦੇ ਡਫਰਾਂ ਨੇ ਨਾ ਇੱਕ ਦੁਬਾਰਾ ਜੁਮਲਾ ਫੇਰ ਮਾਰਕੀਟ 'ਚ ਸੁੱਟ ਦਿੱਤਾ ਕਿ औरत के गुनाह से नस्ल तबाह होती है, मर्द के गुनाह से तो एक घर तबाह होता है। ਅਸ਼ਕੇ ਬਈ ਅਸ਼ਕੇ। ਵੈਰੀ ਗੁੱਡ। ਤੁਸੀਂ ਇਹਨਾਂ ਦੀ ਦਿਮਾਗੀ ਹਾਲਤ ਸੋਚੋ ਕਿ ਇਹ ਨਹੀਂ ਸੋਚਦਾ ਕਿ ਇਹ ਗੱਲ ਕਰਦੇ ਤੂੰ ਆਪਣੀ ਮਾਂ ਨੂੰ ਭੁੰਨ ਰਿਹਾ, ਤੂੰ ਉਹਨੂੰ ਨੰਗਾ ਕਰ ਰਿਹਾ। ਕਿਉਂ? ਇਸ ਲਈ ਕਿ ਤੁਸੀਂ ਸਾਰੇ ਤੇ ਫਰਮਾਉਂਦੇ ਹੋ औरत नस्ल की तरबियत तो औरत ने करनी है। वही औरत जो मोबाइल में लग जाती है, बच्चों को बेबी डुक डुक टुक टुक शुक शुक सुनाने लग जाती है तो फिर तलाक़ें हो जाती हैं। तो फिर इसकी माँ ने भी तो सही तरबियत नहीं की होएगी तो ਇਹੋ ਜਿਹਾ ਭਾਈ ਪੈਦਾ ਹੋਇਆ ਨਾ ਜਿਹੜਾ ਇਹੋ ਜਿਹੀਆਂ ਗੱਲਾਂ ਕਰ ਰਿਹਾ। फिर ये डायलॉग सुनो जोड़े लिखते हैं, ये लिखते हैं औरत तो नाकसुल अकल होती है, वो 2 टके की होती है। भाईजान औरत नाकसुल अकल होती है, 2 टके की होती है। घर में एक अब्बा भी होता है, उस अब्बे को सिर्फ आपने नस्ल बनाने के लिए रखा हुआ है। वो अब्बे का काम सिर्फ नस्ल बनाना है तो अगले तुहाडे कहण दे मुताबिक अगले घर जाके एक होर गुनाह करना है, एक पिछले घर एक अगले घर। तो अब्बा की है? कोई टग्गा है, कोई घुग्गू घोड़ा है, कोई कारणस ते लगा है, 100 पीस है, की है ਉਹਦਾ ਕੋਈ ਕੰਮ ਨਹੀਂ। ਤੇ ਫਿਰ ਅਗਲੀ ਵਾਰੀ ਜਦੋਂ ਤੁਸੀਂ ਔਰਤ ਨੂੰ ਨਾਕਸੁਲ ਅਕਲ ਕਹੋ ਨਾ ਤੇ ਨਾਲ ਕਹਿਣਾ ਸਾਡੇ ਅੱਬਾ ਹੀ ਨਾੜੇ ਦੇ ਕਮਜ਼ੋਰ ਵੀ ਨੇ। ਇਹੋ ਜਿਹੇ ਮਹਾਤਮੇ ਜਿਹੜੇ ਹੁੰਦੇ ਨੇ ਨਾ ਇਹਨਾਂ ਦੇ ਬੜੀਆਂ ਇਹਨਾਂ ਦੀ ਔਲਾਦਾਂ ਜਿਹੜੀਆਂ ਨੇ ਨਾ ਉਹ ਦਹੀਂ ਖਾਂਦੇ ਇੱਧਰ ਉੱਧਰ ਲੱਭ ਜਾਂਦੀਆਂ। ਮਗਰ ਕਦੀ ਇਹੋ ਜਿਹਿਆਂ ਦੀਆਂ ਦਹੀਂ ਖਾਂਦੀਆਂ ਔਲਾਦਾਂ ਲੱਭ ਵੀ ਜਾਣ ਨਾ ਤੇ ਮਾਸ਼ਰੇ ਸਾਡੇ ਨੇ ਮੁੜ ਕੇ ਇਹ ਨਹੀਂ ਕਿਹਾ ਭਾਈਜਾਨ ਇਹ ਬਗੈਰਤੀ, ਇਹ ਬਦਕਿਰਦਾਰੀ, ਇਹ ਗੁਨਾਹ ਕਬੀਰਾ। ਇਹਦਾ ਜਵਾਬ ਨਾ। ਬੰਦਾ ਜਨਾਬ ਧਵਾ ਕੇ ਮੂੰਹ ਧੋ ਕੇ ਲਿਸ਼ਕਿਆ ਉੱਧਰ ਦਾ ਉੱਧਰ, ਹੱਥ 'ਚ ਤਸਬੀਹ ਫੜਾ ਦਿਓ, ਇਸਲਾਮੀ ਟੱਚ ਗੱਲਾਂ 'ਚ ਪਵਾ ਦਿਓ ਤੇ ਅੱਲਾ ਤੇਰੀ ਯਾਰੀ, ਗੱਲ ਖਤਮ। ਫਿਰ ਜਨਾਬ ਹੋਰ ਕੀ ਹੁੰਦਾ?
ਹੋਰ ਇਹ ਹੁੰਦਾ ਹੈ ਕਿ ਇਹ ਜਿਹੜੇ MTJ ਟਾਈਪ ਵੀ ਹੁੰਦੇ ਨੇ ਨਾ ਮਹਾਤਮੇ, ਇਹ MTJ ਟਾਈਪ ਮਹਾਤਮੇ ਉਹ ਹੁੰਦੇ ਨੇ ਜਿਹੜੇ ਰੋ ਡੀਹਾਈਡਰੇਟ ਹੋ ਜਾਂਦੇ ਨੇ, ਔਰ ਇਹਨਾਂ ਨੂੰ ਨਸਲਾਂ ਦੀ ਤਬਾਹੀ, ਕੌਮੋਂ ਕੀ ਤਬਾਹੀ, ਸਲਾਬ, ਆਫਤ, ਜ਼ਲਜ਼ਲੇ, ਸਾਰੇ ਜਿਹੜੇ ਗੁਨਾਹਾਂ ਦੀ ਸਜ਼ਾ ਹੁੰਦੀ ਹੈ ਨਾ ਉਹ ਨਜ਼ਰ ਆਉਂਦੇ ਨੇ। ਮਗਰ ਗੁਨਾਹਾਂ ਦੀ ਸਜ਼ਾ ਸਿਰਫ ਜ਼ਨਾਨੀਆਂ ਦੀ ਹੁੰਦੀ ਹੈ, ਕਿਉਂਕਿ ਗੁਨਾਹ ਕਰਦੀਆਂ ਹੀ ਜ਼ਨਾਨੀਆਂ ਨੇ, ਬੰਦੇ ਗੁਨਾਹ ਕਰਦੇ ਨਹੀਂ। ਅੱਜ ਤੱਕ ਕਿਸੇ ਨੇ ਇਹੋ ਜਿਹੀ ਰੋ ਡੀਹਾਈਡਰੇਸ਼ਨ ਪ੍ਰੋਗਰਾਮ 'ਚ ਇਹ ਨਹੀਂ ਕਿਹਾ ਕਿ ਇਹ ਬੰਦੇ ਦੇ ਉਸ ਗੁਨਾਹ ਦੀ ਸਜ਼ਾ ਹੈ ਜਿਹਨੇ ਆਪਣੇ ਘਰ ਬੈਠੇ ਯਤੀਮ ਦਾ ਹਿੱਸਾ ਖਾ ਲਿਆ, ਜਿਸਨੇ ਆਪਣੇ ਘਰ ਬੈਠੇ ਆਪਣੀ ਧੀ ਭੈਣ ਬੱਚੇ ਦੇ ਨਾਲ ਜ਼ਨਾ ਕੀਤਾ, ਜਿਨਨੇ ਸਲਾਬ 'ਚ ਰਾਸ਼ਨ ਮੰਗਦੀ ਔਰਤ ਦੇ ਨਾਲ ਜ਼ਨਾ ਕੀਤਾ। ਨਹੀਂ, ਉਹਨਾਂ ਨੂੰ ਨਹੀਂ ਅਸੀਂ ਕੁਝ ਕਹਿਣਾ, ਨਾ 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 ਨਾ, ਅੱਲਾ ਨਾ ਕਰੇ ਇਹੋ ਜਿਹੀ ਗੱਲ ਤੇ ਨਹੀਂ ਅਸੀਂ ਕਰਦੇ। ਇਹ ਮਹਾਤਮੇ ਲਿਖਾਰੀ MTJ ਟਾਈਪ ਜਿਹੜੇ ਹੁੰਦੇ ਨੇ ਨਾ, ਇਹ ਮਿਮਿਕਰੀ ਦੇ ਆਰਟ ਵਿੱਚ super.com ਹੁੰਦੇ ਨੇ, ਇਹਨਾਂ ਨੂੰ ਇਹ ਬੜਾ ਸਹੀ ਆਉਂਦਾ ਹੈ। ਇਹ ਆਪਣੀ ਜ਼ਬਾਨ ਤੋਂ ਇਹੋ ਜਿਹੀਆਂ ਜਲੇਬੀਆਂ ਤਲਦੇ ਨੇ ਤੇ ਥੱਲੇ ਸੁੱਟਦੇ ਨੇ ਨਾ ਕਿ ਸੁਣਨ ਵਾਲਿਆਂ ਨੂੰ ਹਾਲ ਚੜ ਜਾਂਦਾ। ਬਸ ਫੇਰ ਕੀ, ਨਾਰੇ, ਤਾੜੀਆਂ, ਵਾਹ ਵਾਹ, ਚੰਦੇ ਤੇ ਨੋਟ, ਦੁਕਾਨ ਚੱਲ ਰਹੀ ਹੈ ਤੇ ਸਭ ਕੰਮ ਸੈੱਟ ਹੈ, ਕੋਈ ਚੀਜ਼ ਗਲਤ ਨਹੀਂ ਹੈ। ਇਹਨਾਂ ਸਾਰਿਆਂ ਨੂੰ ਜਦ ਕਿਸੇ ਨੇ ਇਹਨਾਂ ਦੇ ਡਿੰਗੇ ਚਿੱਬੇ ਬੂਥੇ ਤੇ ਇਹਨਾਂ ਦੀ ਦਿਮਾਗੀ ਮਰਦਾਨਾ ਕਮਜ਼ੋਰੀ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਤੇ ਇਹਨਾਂ ਨੇ ਰੱਖੇ ਹੁੰਦੇ ਨੇ ਦਿਹਾੜੀਦਾਰ ਗਾਲਾਂ ਕੱਢਣ ਵਾਲੇ ਬੰਦੇ। ਉਹ ਤੁਹਾਨੂੰ ਫਿਰ ਇਹੋ ਜਿਹੀਆਂ ਗਾਲਾਂ ਕੱਢਣਗੇ ਕਿ ਰਹਿ ਰੱਬ ਦਾ ਨਾਂ। ਤੇ ਤੁਸੀਂ ਮਗਰ ਸਮਝਣਾ ਕਿ ਜਦ ਗੱਲ ਗਾਲ ਕੱਢਣ ਤੇ ਆ ਜਾਏ ਨਾ ਤੇ ਜਵਾਬ ਨਾ ਹੋਵੇ ਤੇ ਸਮਝ ਲਓ ਚੋਰ ਫੜਿਆ ਗਿਆ ਜੇ। ਇਹ ਸਾਰੇ ਆਪਣੇ ਆਪ ਨੂੰ ਬੜਾ ਸੋਹਣਾ, ਨੂਰਾਨੀ ਤੇ ਅਕਲਮੰਦ ਵੀ ਸਮਝਦੇ ਨੇ, ਤੇ ਇਹੋ ਜਿਹੇ ਸਿਆਣੇ ਕਾਂ ਰੋਜ਼ ਗੂੰ ਤੇ ਡਿੱਗਦੇ ਨੇ, ਮਗਰ ਝਾੜ ਝੂੜ ਕੇ ਇਕੱਠੇ ਹੋ ਜਾਂਦੇ ਨੇ। ਇਹਨਾਂ ਸਾਰਿਆਂ ਲਈ ਮੇਰਾ ਸਿਰਫ ਇੱਕ ਜੁਮਲਾ, ਲੱਖ ਲਾਨਤ ਤੁਹਾਡੇ ਜੰਮਣ ਦੇ ਆੜ 'ਤੇ।